ਧੰਨ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਣੀਤਾ, ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਬਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨ ਸਤਿਕਾਰਯੋਗ ਚਵਰ ਛਤਰ ਤਖਤ ਤੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹਾਂ। ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਗੁਰਬਾਣੀ ਕੀਰਤਨ ਗੁਰੂ ਪਿਆਰਿਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਉਪਰੰਤ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਰੋਜ਼ਾਨਾ ਗੁਰੂ ਚਰਨਾਂ 'ਚ ਅਰਦਾਸ ਕਰਦਾ ਹੈ, ਔਰ ਅਰਦਾਸ ਦੇ ਅਖੀਰ ਤੇ ਜਦੋਂ ਅਸੀਂ ਪਹੁੰਚਦੇ ਹਾਂ, ਚਾਰ ਚੀਜ਼ਾਂ ਦੀ ਮੰਗ ਸਤਿਗੁਰਾਂ ਤੋਂ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਹਿਲੇ ਨੰਬਰ ਤੇ ਹੈ ਨਾਮ ਦੀ ਮੰਗ, ਦੂਜੇ ਨੰਬਰ ਤੇ ਚੜ੍ਹਦੀ ਕਲਾ ਦੀ ਦਾਤ। ਫਿਰ ਅਰਦਾਸ ਕਰਦੇ ਹਾਂ, ਸਤਿਗੁਰੂ ਐਸੀ ਸਮਰੱਥਾ ਬਖਸ਼ੋ, ਇਹ ਜੀਵਨ ਤੁਹਾਡੇ ਭਾਣੇ ਦੇ ਵਿੱਚ, ਤੁਹਾਡੀ ਰਜ਼ਾ ਦੇ ਵਿੱਚ ਰਵੇ ਤੇ ਹਮੇਸ਼ਾ ਸਾਰਿਆਂ ਦਾ ਭਲਾ ਮੰਗੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਸੰਸਾਰ ਅੰਦਰ ਆਏ ਨੇ, ਚਾਰੇ ਪਾਸੇ ਈਰਖਾ, ਦਵੈਸ਼, ਵੈਰ ਵਿਰੋਧ ਦੀ ਭਾਵਨਾ ਫੈਲੀ ਸੀ। ਆਪਣੇ ਹੀ ਇੱਕ ਦੂਜੇ ਦੇ ਨਾਲ ਵੈਰ ਕਮਾਉਂਦੇ ਪਏ ਸਨ।
ਨਫ਼ਰਤ ਈਰਖਾ ਦਵੈਸ਼ ਜਿੱਥੇ ਚਾਰੇ ਪਾਸੇ ਸੀ, ਉੱਥੇ ਪ੍ਰੇਮ ਔਰ ਆਪਣਤ ਦੀ ਭਾਵਨਾ ਖਤਮ ਹੋਈ ਪਈ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੇਖਿਆ ਕਿ ਸਾਰੇ ਆਪਸ ਦੇ ਵਿੱਚ ਖਹਿੰਦੇ ਪਏ ਹਨ, ਕੋਈ ਕਿਸੇ ਦਾ ਭਲਾ ਕਰਕੇ ਰਾਜੀ ਨਹੀਂ ਹੈ। ਉੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਮਾਨੇ ਦੀ ਸੰਸਾਰ ਦੀ ਨਬਜ਼ ਨੂੰ ਪਕੜ ਕੇ ਪਹਿਚਾਣਿਆ, ਵੈਰ ਵਿਰੋਧ ਦਾ ਜਿਹੜਾ ਪਸਾਰਾ ਸੀ ਉਹਨੂੰ ਵੇਖਿਆ, ਊਚ ਨੀਚ ਦੀ ਭਾਵਨਾ, ਹਿੰਦੂ ਲੋਕ ਵੀ ਆਪਸ ਦੇ ਵਿੱਚ ਵੰਡੀਆਂ ਪਾ ਕੇ ਇੱਕ ਦੂਜੇ ਦੇ ਨਾਲ ਵਿਰੋਧ ਕਮਾਉਂਦੇ ਪਏ ਸਨ। ਮੁਸਲਮਾਨਾਂ ਦੀ ਵੀ ਹਾਲਤ ਕੁਝ ਇਸੇ ਤਰ੍ਹਾਂ ਦੀ ਸੀ। ਚਾਰ ਵਰਣ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨ। ਪਹਿਲੀ ਵਿਰੋਧਤਾ ਸੀ ਹਿੰਦੂ ਦੀ ਮੁਸਲਮਾਨ ਦੇ ਨਾਲ, ਮੁਸਲਮਾਨ ਦੀ ਹਿੰਦੂ ਦੇ ਨਾਲ। ਉਹ ਉਹਨੂੰ ਕਾਫਰ ਕਹਿੰਦਾ ਸੀ, ਉਹ ਉਹਨੂੰ ਮਲੇਸ਼ ਕਹਿੰਦਾ ਸੀ। ਪਰ ਕੇਵਲ ਇਹ ਬਾਹਰੀ ਟਕਰਾਅ ਨਹੀਂ ਸੀ, ਧਰਮਾਂ ਦੇ ਅੰਦਰ ਵੀ ਬੜਾ ਟਕਰਾਅ ਸੀ। ਉੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੇ ਸਾਹਮਣੇ ਇੱਕ ਵਿਚਾਰ ਰੱਖੀ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਇਹ ਦੁਨੀਆ ਦੇ ਲੋਗੋ ਕਿਹੜੇ ਵੈਰ ਵਿਰੋਧ ਈਰਖਾ ਦਵੈਸ਼ ਦੇ ਵਿੱਚ ਫਸੇ ਹੋਏ ਹੋ? ਅਸੀਂ ਸਾਰੇ ਉਸ ਇੱਕ ਪਰਮਾਤਮਾ ਦੇ ਬੱਚੇ ਹਾਂ। ਉਹ ਪਰਮਾਤਮਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹੀ ਸਾਡੇ ਸਾਰਿਆਂ ਦਾ ਪਿਤਾ ਹੈ। ਇਸ ਕਰਕੇ ਈਰਖਾ ਵੈਰ ਵਿਰੋਧ ਦਵੈਸ਼ ਦੀ ਵਿਚਾਰ ਨੂੰ ਆਪਣੇ ਅੰਦਰੋਂ ਕੱਢ ਕੇ ਤੇ ਸਭਨਾਂ ਦੇ ਨਾਲ ਮਿਲ ਵਰਤਣ ਦੀ ਭਾਵਨਾ ਦੇ ਨਾਲ ਵਿਚਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਵੀ ਅਗਵਾਈ ਸਾਨੂੰ ਦਿੱਤੀ ਹੈ ਔਰ ਗੁਰੂ ਕਾ ਇਤਿਹਾਸ ਵੀ ਸਾਨੂੰ ਅਗਵਾਈ ਦਿੰਦਾ ਹੈ। ਸਤਿਗੁਰਾਂ ਦੇ ਬਚਨ ਆਪਾਂ ਪੜ੍ਹਦੇ ਹਾਂ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸਤਿਗੁਰੂ ਕਹਿੰਦੇ ਇੱਕ ਹੈ ਸਰੀਰ ਕਰਕੇ ਕਿਸੇ ਦਾ ਬੁਰਾ ਕਰਨਾ, ਦੂਜਾ ਹੈ ਮਨ ਕਰਕੇ ਕਿਸੇ ਦਾ ਬੁਰਾ ਸੋਚਣਾ। ਸਿੱਖ ਨੇ ਸਰੀਰ ਕਰਕੇ ਕਿਸੇ ਦਾ ਬੁਰਾ ਕਰਨ ਦੀ ਭਾਵਨਾ ਮਨ ਅੰਦਰ ਵੀ ਨਹੀਂ ਲਿਆਉਣੀ ਹੈ। ਗੁਰੂ ਸਾਹਿਬ ਦੇ ਬਚਨ ਹਨ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਹਨ, ਸਾਹਿਬ ਕਹਿੰਦੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਾਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਗੁਰੂ ਅਰਜਨ ਦੇਵ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਪ੍ਰਿਥੀ ਚੰਦ ਭਾਵੇਂ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਹੈ, ਪਰ ਇਹਨੇ ਬੜੀ ਈਰਖਾ ਸਤਿਗੁਰਾਂ ਦੇ ਨਾਲ ਕੀਤੀ। ਹਮੇਸ਼ਾ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬੁਰਾ ਚਾਹਿਆ, ਬੁਰਾ ਕਰਨ ਦਾ ਯਤਨ ਕੀਤਾ। ਪ੍ਰਿਥੀ ਚੰਦ ਕਰਕੇ ਸੁਲਹੀ ਖਾਨ ਅੰਮ੍ਰਿਤਸਰ ਤੇ ਹਮਲਾ ਕਰਨ ਦੇ ਲਈ ਆਇਆ ਹੈ। ਪ੍ਰਿਥੀ ਚੰਦ ਕਰਕੇ ਸੁਲਭੀ ਖਾਨ ਅੰਮ੍ਰਿਤਸਰ ਵੱਲ ਸੈਨਾ ਲੈ ਕੇ ਵਧਿਆ ਸੀ। ਪ੍ਰਿਥੀ ਚੰਦ ਨੇ ਹੀ ਜਹਾਂਗੀਰ ਬਾਦਸ਼ਾਹ ਦੇ ਕੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਰੋਧ ਦੇ ਵਿੱਚ ਭਰੇ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਪੁੱਤਰ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਜੇ ਬਾਲ ਉਮਰ ਦੇ ਵਿੱਚ ਸਨ ਤੇ ਪ੍ਰਿਥੀ ਚੰਦ ਨੇ 4-5 ਇੰਨੇ ਭਿਆਨਕ ਮਾਰੂ ਹਮਲੇ ਕਰਵਾਏ ਸਨ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਬਾਲਕ ਦੀ ਮੌਤ ਹੋ ਜਾਵੇ। ਗੱਲ ਵੱਖਰੀ ਹੈ ਕਿ ਇੱਕ ਵੀ ਇਹਦਾ ਵਾਰ ਸਫਲ ਨਹੀਂ ਹੋਇਆ ਔਰ ਹਰ ਵਾਰ ਇਹਦੀ ਸਚਾਈ ਵੀ ਪ੍ਰਗਟ ਹੁੰਦੀ ਰਹੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੋਈ ਸ਼ੰਕਾ ਨਹੀਂ ਕੀਤਾ, ਕੋਈ ਰੋਸ ਨਹੀਂ ਕੀਤਾ, ਬਲਕਿ ਇਹੋ ਬਚਨ ਕਹੇ, ਮੇਰਾ ਸਤਿਗੁਰ ਰਖਵਾਲਾ ਹੁਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਵਾ। ਸਮੇਂ ਨੇ ਕਰਵਟ ਬਦਲੀ,
ਜਿਹੜਾ ਪ੍ਰੀਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਨਾਲ ਦਿਨ ਰਾਤ ਵੈਰ ਕਮਾਉਂਦਾ ਸੀ, ਪ੍ਰੀਥੀ ਚੰਦ ਆਪ ਬਿਮਾਰ ਪੈ ਗਿਆ ਔਰ ਬੜਾ ਭਿਆਨਕ ਰੋਗ ਇਹਦੇ ਸਰੀਰ ਨੂੰ ਆਣ ਚਿੰਬੜਿਆ ਹੈ। ਖਬਰ ਫੈਲਦਿਆਂ ਫੈਲਦਿਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚੀ। ਕੁਝ ਸਿੱਖ ਆ ਕੇ ਕਹਿਣ ਲੱਗੇ, ਸਤਿਗੁਰੂ, ਜਿਹੜਾ ਪ੍ਰੀਥੀ ਚੰਦ ਤੁਹਾਡੇ ਨਾਲ ਬੜਾ ਵੈਰ ਕਮਾਉਂਦਾ ਸੀ, ਹੁਣ ਖੁਦ ਮਰਨੇ ਪਿਆ ਹੋਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਹਿਰਦਾ ਵੇਖੋ, ਕੇਵਲ ਬਾਣੀ ਅੰਦਰ ਬਚਨ ਨਹੀਂ ਕਹੇ ਕਿ ਸਾਰਿਆਂ ਦਾ ਭਲਾ ਕਰਨਾ ਹੈ ਔਰ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ। ਜੀਵਨ ਅੰਦਰ ਇਹਨਾਂ ਬਚਨਾਂ ਦੀ ਕਮਾਈ ਵੀ ਉਹਨਾਂ ਕਰਕੇ ਦਸੀ ਹੈ। ਪਤਾ ਲੱਗਿਆ ਪ੍ਰੀਥੀ ਚੰਦ ਬਿਮਾਰ ਹੈ। ਜਿਹੜਾ ਪ੍ਰੀਥੀ ਚੰਦ ਦਿਨ ਰਾਤ ਵੈਰ ਕਮਾਉਂਦਾ ਸੀ, ਗੁਰੂ ਅਰਜਨ ਦੇਵ ਜੀ ਦੇ ਮੁਖ ਤੋਂ ਬਚਨ ਕਿਹੜੇ ਨਿਕਲੇ ਹਨ? ਉਹ ਇਹਨਾਂ ਦਾ ਬੁਰਾ ਕਰਨ ਦਾ ਯਤਨ ਕਰਦਾ ਹੈ, ਉਹ ਇਹਨਾਂ ਨੂੰ ਮਾਰਨ ਦਾ ਯਤਨ ਕਰਦਾ ਹੈ, ਉਹ ਗੁਰੂ ਕੇ ਸਾਹਿਬਜ਼ਾਦੇ ਨੂੰ ਖਤਮ ਕਰਨ ਦਾ ਯਤਨ ਕਰਦਾ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅਰਦਾਸ ਕਰਦੇ ਨੇ, ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਤੁਸੀਂ ਸਾਰੇ ਰੋਗ ਖਤਮ ਕਰਨ ਵਾਲੇ ਹੋ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਦਾ ਵੀ ਭਲਾ ਚਾਹੁੰਦੇ ਹਨ। ਇੱਕ ਵਿਦਵਾਨ ਨੇ ਬੜੇ ਪਿਆਰੇ ਬੋਲ ਕਹੇ ਹਨ, ਕਹਿੰਦਾ, ਬੁਰੇ ਨਾਲ ਸਭ ਬੁਰਾ ਕਰੇਂਦੇ, ਭਲਾ ਕਰਨ ਕੀ ਸਿਆਣੇ। ਸਾਡੀ ਸੰਸਾਰੀ ਜੀਵਾਂ ਦੀ ਫਿਤਰਤ ਹੈ, ਜੇ ਕੋਈ ਸਾਡਾ ਭਲਾ ਕਰਦਾ ਹੈ ਅਸੀਂ ਉਹਦਾ ਭਲਾ ਕਰਦੇ ਹਾਂ, ਜੇ ਕੋਈ ਬੁਰਾ ਕਰਦਾ ਹੈ ਸਾਡੇ ਮਨ ਅੰਦਰ ਵੀ ਉਸੇ ਤਰ੍ਹਾਂ ਦੇ ਵਿਚਾਰ ਤੇ ਵਲਵਲੇ ਬਣਦੇ ਨੇ, ਵੈਰ ਭਾਵ ਮਨ ਅੰਦਰ ਬਣਦਾ ਹੈ। ਭਲੇ ਨਾਲ ਸਭ ਭਲਾ ਕਰੇਂਦੇ, ਬੁਰਾ ਕਰਨ ਕੀ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਜੀ ਦੇ ਘਰ ਦੀ ਵਿਚਾਰ ਹੈ ਕਿ ਕੋਈ ਬੁਰਾ ਵੀ ਕਰੇ ਤੇ ਉਹਦਾ ਵੀ ਭਲਾ ਕਰਨ ਦੀ ਭਾਵਨਾ ਮਨ ਅੰਦਰ ਰੱਖਣੀ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਇਹਨਾਂ ਦੇ ਕੋਲ ਕਸ਼ਮੀਰੀ ਪੰਡਤ ਆਏ, ਕਹਿਣ ਲੱਗੇ, ਬਾਂਹ ਅਸਾਡੀ ਪਕੜੀਏ ਸ਼੍ਰੀ ਹਰ ਗੋਬਿੰਦ ਕੇ ਚੰਦ। ਗੁਰੂ ਤੇਗ ਬਹਾਦਰ महाराज ने बाह फड़ी और गुरु की विचार है, जो शरण आवे तिस कंठ लावे, ए बिरद स्वामी संदा। बाह जिन्ना दी पकड़ी है, सिर दीजै बाह ना छोड़ी है। गुरु तेग बहादुर महाराज कुर्बानी देण दे लई दिल्ली पहुंच गए। दिल्ली फिर काजी दे नाल सतगुरां दी कुछ विचार चर्चा हुई, जिदा जिक्र इतिहासकारां ने विद्वानां ने कीता है। काजी गुरु तेग बहादुर महाराज नूं कहण लगा, सतगुरु तुसी ते जानी जान हो, जिन्हां दी खातर तुसी कुर्बानी देंदे पए जे, ना अज तक इन्हां लोगां ने तुहाडा भला सोचिया, भला कीता है, ना आउण वाले समय दे विच इन्हां तो कोई भलाई दी आस रखनी चाहिदी है। पर फिर भी तुसी उन्हां दे लई कुर्बानी करदे पए जे जेड़े सिੱਖੀ ਦੀਆਂ ਜੜਾਂ ਵੱਢਣ ਦੇ ਲਈ दिन रात ਤਿਆਰ ਰਹਿੰਦੇ ਹਨ। ਧੰਨ गुरु तेग बहादुर महाराज ਕਹਿਣ ਲੱਗੇ, कोई परवाह नहीं है। ਉੱਥੇ ਜਿਹੜੀ विचार चर्चा हुई, एक विद्वान ने जिक्र कीता है। पहला गुरु तेग बहादुर महाराज ने बचन कहे, जाके आख औरंगे नू भले लोका, जिन्नू जितना जित प्यार दे नाल, कदों आख दी कुरान हिंदुआं नू मुसलमान बनाऊं तलवार दे नाल। ते अगों जवाब सतगुरां नू जेड़ा दिता गया, कहण लगे, जानी जान है जिंद नू जान भी दे, कातों जान के जान गवारिया है, आखे लग के इन्हां हिंदुआं दे, तू रौला जड़े जनेऊ दा पारिया है, समा आउण ते साथ इन्हां नहीं देना, जिन्हां लई तू जान गवारिया है। पर गुरु तेग बहादुर महाराज कहण लगे, असी
ਆਪਣੀ ਕੁਰਬਾਨੀ ਦਾ ਮੁੱਲ ਪਵਾਉਣ ਦੇ ਲਈ ਕੁਰਬਾਨੀ ਨਹੀਂ ਦਿੰਦੇ ਪਏ, ਬਲਕਿ ਸਾਡੇ ਘਰ ਦੀ ਵਿਚਾਰ ਇਹ ਹੈ ਕਿ ਜਿਨਨੇ ਇੱਥੇ ਆ ਕੇ ਪੁਕਾਰ ਕੀਤੀ ਉਹਦੇ ਲਈ ਆਪਾ ਵੀ ਵਾਰਨਾ ਪੈ ਜਾਵੇ, ਕੋਈ ਪਰਵਾਹ ਨਹੀਂ ਹੈ। ਇੱਥੇ ਕਿਸੇ ਨੂੰ ਬਗਾਨਾ, ਕਿਸੇ ਨੂੰ ਓਪਰਾ ਨਹੀਂ ਸਮਝਿਆ ਜਾਂਦਾ ਹੈ। ਆਨੰਦਪੁਰ ਦੀ ਧਰਤੀ ਤੇ ਭਾਈ ਸਾਹਿਬ ਕਨ੍ਹਈਆ ਜੀ ਮੈਦਾਨੇ ਜੰਗ ਦੇ ਵਿੱਚ ਸਾਰਿਆਂ ਨੂੰ ਇੱਕ ਤਾਰ ਜਲ ਛਕਾਉਣ ਦੀ ਸੇਵਾ ਕਰਦੇ ਹਨ। ਨਹੀਂ ਵੇਖਦੇ ਹਨ ਕਿ ਆਪਣੇ ਵਾਲੇ ਪਾਸੇ ਦਾ ਸਿਪਾਹੀ ਹੈ ਜਾਂ ਪਹਾੜੀਆਂ ਦਾ ਕੋਈ ਸੈਨਿਕ ਹੈ ਜਾਂ ਫਿਰ ਮੁਗਲ ਫੌਜ ਦਾ ਕੋਈ ਸਿਪਾਹੀ ਹੈ। ਸਿੱਖਾਂ ਨੇ ਆ ਕੇ ਗੁਰੂ ਕਲਗੀਧਰ ਮਹਾਰਾਜ ਨੂੰ ਦੱਸਿਆ, ਮਹਾਰਾਜ ਅਸੀਂ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੇ ਆਹੂ ਲਾਉਂਦੇ ਹਾਂ ਤੇ ਭਾਈ ਕਨ੍ਹਈਆ ਉਹਨਾਂ ਨੂੰ ਜਲ ਛਕਾਉਂਦੇ ਨੇ, ਉਹ ਦੁਬਾਰਾ ਲੜਨ ਦੇ ਯੋਗ ਬਣ ਜਾਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਕਨ੍ਹਈਆ ਜੀ ਨੂੰ ਸੱਦਿਆ। ਕਹਿਣ ਲੱਗੇ ਸਿੱਖ ਕਹਿੰਦੇ ਪਏ ਹਨ ਕਿ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆਉਂਦੇ ਪਏ ਜੇ, ਤੁਸੀਂ ਵਿਰੋਧੀਆਂ ਨੂੰ ਪਾਣੀ ਪਿਆਉਂਦੇ ਪਏ ਜੇ। ਤੇ ਅੱਗੋਂ ਗੁਰੂ ਕਾ ਸਿੱਖ ਭਾਈ ਸਾਹਿਬ ਕਨ੍ਹਈਆ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤੇ ਕੋਈ ਦੁਸ਼ਮਣ, ਕੋਈ ਵਿਰੋਧੀ, ਕੋਈ ਬਗਾਨਾ, ਕੋਈ ਆਪਣਾ ਦਿਖਾਈ ਨਹੀਂ ਦਿੰਦਾ ਹੈ। ਮੈਨੂੰ ਤੇ ਹਰ ਕਿਸੇ ਦੇ ਅੰਦਰੋਂ ਤੁਹਾਡੀ ਹੀ ਜੋਤ ਦਿਖਾਈ ਦਿੰਦੀ ਹੈ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਭਾਈ ਕਨ੍ਹਈਆ ਜੀ ਉਸ ਬਿਰਤੀ ਦੇ ਮਾਲਕ ਹਨ ਜਿਸ ਬਿਰਤੀ ਨੂੰ ਸਤਿਗੁਰੂ ਕਹਿੰਦੇ ਹਨ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਆਨੰਦਪੁਰ ਦੀ ਧਰਤੀ ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਸਨਾਂ ਤੇ ਬਿਰਾਜਮਾਨ। ਇੱਕ ਸਿੱਖ ਆਇਆ, ਇਹਨੇ ਬੜਾ ਸੋਹਣਾ ਨੀਲੇ ਰੰਗ ਦਾ ਚੋਲਾ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਭੇਟ ਕੀਤਾ ਔਰ ਸਿੱਖ ਦੀ ਭਾਵਨਾ ਸੀ ਕਿ ਸਤਿਗੁਰੂ ਹੁਣੇ ਹੀ ਇਹ ਚੋਲਾ ਪਹਿਨ ਲੈਣ। ਗੁਰੂ ਕਲਗੀਧਰ ਮਹਾਰਾਜ ਨੂੰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਦੂਰ ਤੋਂ ਆਇਆ ਹਾਂ ਔਰ ਵਾਪਸ ਪਰਤ ਜਾਣਾ ਹੈ, ਮੈਂ ਚਾਹੁੰਦਾ ਹਾਂ ਇੱਕ ਵਾਰ ਆਪ ਜੀ ਇਹ ਚੋਲਾ ਆਪਣੇ ਤਨ ਤੇ ਪਹਿਨ ਲਵੋ, ਮੇਰਾ ਮਨ ਪ੍ਰਸੰਨ ਹੋ ਜਾਵੇਗਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੀ ਭਾਵਨਾ ਨੂੰ ਪੂਰਿਆਂ ਕਰਨ ਦੇ ਲਈ ਉਹ ਚੋਲਾ ਤਨ ਤੇ ਪਹਿਨ ਲਿਆ ਹੈ ਔਰ ਬੜਾ ਸੋਹਣਾ ਚੋਲਾ ਗੁਰੂ ਕਲਗੀਧਰ ਮਹਾਰਾਜ ਜੀ ਦੇ ਸਰੂਪ ਤੇ ਇਹ ਚੋਲਾ ਬੜਾ ਜੱਚਦਾ ਪਿਆ ਸੀ। ਇੰਨੀ ਦੇਰ ਨੂੰ ਵਿਚਰਦਿਆਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ 'ਚ ਗੁਰੂ ਦਰਬਾਰ 'ਚ ਪਹੁੰਚ ਗਏ ਹਨ। ਔਰ ਵੇਖੋ ਸਿੱਖ ਤੇ ਸਾਰੇ ਸਿੱਖ ਹੀ ਹਨ, ਪਰ ਹਰ ਸਿੱਖ ਦਾ ਨਜ਼ਰੀਆ ਵੱਖਰਾ ਵੱਖਰਾ। ਸਿੱਖ ਤੇ ਸਾਰੇ ਹੀ ਸਿੱਖ ਹਨ, ਪਰ ਭਾਈ ਬਿਧੀ ਚੰਦ ਵਰਗਾ ਕੋਈ ਵਿਰਲਾ ਹੀ ਹੈ, ਬਾਬਾ ਦੀਪ ਸਿੰਘ ਵਰਗਾ ਕੋਈ ਵਿਰਲਾ ਹੀ ਹੈ, ਭਾਈ ਮਨੀ ਸਿੰਘ ਵਰਗਾ ਕੋਈ ਵਿਰਲਾ ਹੀ ਹੈ ਤੇ ਭਾਈ ਨੰਦ ਲਾਲ ਜੀ ਵਰਗਾ ਵੀ ਕੋਈ ਵਿਰਲਾ ਹੀ ਹੈ। ਜਿਹੜੀ ਭਾਈ ਨੰਦ ਲਾਲ ਜੀ ਦੀ ਬਿਰਤੀ ਤੇ ਭਾਈ ਨੰਦ ਲਾਲ ਜੀ ਦਾ ਜੋ ਨਜ਼ਰੀਆ ਸੀ ਗੁਰੂ ਕਲਗੀਧਰ ਮਹਾਰਾਜ ਜੀ ਦੇ ਪ੍ਰਤੀ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਦਿਨ ਸਤਿਗੁਰਾਂ ਨੇ ਪੁੱਛਿਆ, ਸ਼ਾਮਾਂ ਦਾ ਵੇਲਾ, ਭਾਈ ਨੰਦ ਲਾਲ ਜੀ ਅਸਮਾਨ ਦਾ ਰੰਗ ਕਾਲਾ ਕਿਉਂ ਹੈ? ਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਮਹਾਰਾਜ ਇਹ ਤੇ ਕਿਸੇ ਖੋਜੀ ਨੂੰ, ਕਿਸੇ ਵਿਗਿਆਨੀ ਨੂੰ ਪਤਾ ਹੋਵੇਗਾ, ਮੈਂ ਤੇ ਤੁਹਾਡਾ ਨਿਮਾਣਾ ਜਿਹਾ ਸੇਵਕ ਹਾਂ, ਮੈਨੂੰ ਕੀ ਪਤਾ ਅਸਮਾਨ ਦੇ ਰੰਗ ਦੇ ਬਾਰੇ। ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ, ਨੰਦ ਲਾਲ ਜੀ ਤੁਸੀਂ ਕਵੀ ਹੋ ਔਰ ਕਵੀ ਦੇ ਜਿਹੜੇ ਵਲਵਲੇ ਹੁੰਦੇ ਨੇ ਉਹਨਾਂ ਦੇ ਸਾਹਮਣੇ ਖੋਜੀ ਵਿਗਿਆਨੀ ਵੀ ਫੇਲ ਹੋ ਜਾਂਦੇ ਹਨ। ਤੁਸੀਂ ਆਪਣੇ ਵਲਵਲਿਆਂ ਦੇ ਆਧਾਰ ਤੇ ਦੱਸੋ ਕਿ ਅਸਮਾਨ ਦਾ ਰੰਗ ਕਾਲਾ ਕਿਉਂ ਹੈ? ਤੇ ਉੱਥੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਮਹਾਰਾਜ ਫਿਰ ਮੈਂ ਤੇ ਇੰਨਾ ਹੀ ਕਹਿ ਸਕਦਾ ਹਾਂ ਕਿ ਮੇਰੀ ਇਹ ਆਤਮਾ ਪਰਮਾਤਮਾ ਤੋਂ ਵਿਛੜੀ ਪਈ ਹੈ, ਅੰਦਰ ਵਿਛੋੜੇ ਦੀ ਅੱਗ ਬਲਦੀ ਪਈ ਹੈ,
ਔਰ ਉਸ ਵਿਛੋੜੇ ਦੀ ਅੱਗ ਦੇ ਨਿਕਲੇ ਹੋਏ ਧੂਏ ਨੇ ਅਸਮਾਨ ਦਾ ਰੰਗ ਵੀ ਕਾਲਾ ਕਰ ਦਿੱਤਾ ਹੈ। ਇਹ ਭਾਈ ਨੰਦ ਲਾਲ ਦੀ ਬਿਰਤੀ। ਗੁਰੂ ਕਲਗੀਧਰ ਮਹਾਰਾਜ ਜੀ ਨੇ ਨੀਲੇ ਰੰਗ ਦਾ ਚੋਲਾ ਪਹਿਨਿਆ ਹੈ। ਇੰਨੀ ਦੇਰ ਨੂੰ ਭਾਈ ਨੰਦ ਲਾਲ ਗੁਰੂ ਦਰਬਾਰ ਦੇ ਵਿੱਚ ਟਹਿਲਦਿਆਂ ਹੋਇਆਂ ਪਹੁੰਚੇ, ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਗੁਰੂ ਕਲਗੀਧਰ ਮਹਾਰਾਜ ਜੀ ਦੀ ਤਾਰੀਫ, ਗੁਰੂ ਕੇ ਪਹਿਨੇ ਹੋਏ ਚੋਲੇ ਦੀ ਤਾਰੀਫ ਭਾਈ ਨੰਦ ਲਾਲ ਨੇ ਕਰਨੀ ਸ਼ੁਰੂ ਕਰ ਦਿੱਤੀ। ਮਹਾਰਾਜ ਵਾਹ, ਕਿਆ ਸੋਹਣਾ ਚੋਲਾ ਆਪ ਜੀ ਦੇ ਸਰੀਰ ਤੇ ਜੱਚਦਾ ਪਿਆ ਹੈ, ਕਿੰਨੀ ਇਹਦੀ ਕਮਾਲ ਦੀ ਸੁੰਦਰਤਾ ਹੈ। ਮੈਂ ਵਾਰ-ਵਾਰ ਸੈਂਕੜੇ ਵਾਰ ਬਲਿਹਾਰ ਜਾਂਦਾ ਹਾਂ। ਤੇ ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ, ਨੰਦ ਲਾਲ ਜੀ ਚੋਲਾ ਸੋਹਣਾ ਲੱਗਦਾ ਪਿਆ ਹੈ। ਭਾਈ ਨੰਦ ਲਾਲ ਕਹਿਣ ਲੱਗੇ, ਮਹਾਰਾਜ ਬੜਾ ਸੋਹਣਾ, ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਬਿਆਨ ਕਰ ਸਕਾਂ, ਬੜਾ ਸੋਹਣਾ ਚੋਲਾ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਚੋਲਾ ਉਤਾਰਿਆ ਤੇ ਭਾਈ ਨੰਦ ਲਾਲ ਨੂੰ ਬਖਸ਼ ਦਿੱਤਾ। ਕਹਿਣ ਲੱਗੇ, ਜੇ ਇੰਨਾ ਹੀ ਸੋਹਣਾ ਹੈ ਨੰਦ ਲਾਲ ਜੀ, ਫਿਰ ਤੁਸੀਂ ਪਹਿਨ ਲਵੋ। ਗੁਰੂ ਸਾਹਿਬ ਨੇ ਹੁਕਮ ਕੀਤਾ, ਉਹ ਚੋਲਾ ਭਾਈ ਨੰਦ ਲਾਲ ਜੀ ਨੇ ਪਹਿਨ ਲਿਆ। ਦੀਵਾਨ ਦੀ ਸਮਾਪਤੀ ਹੋਈ ਹੈ, ਸਤਿਗੁਰੂ ਵਿਸ਼ਰਾਮ ਕਰਨ ਦੇ ਲਈ ਚਲੇ ਗਏ ਨੇ। ਭਾਈ ਨੰਦ ਲਾਲ ਜਦੋਂ ਗੁਰੂ ਦਰਬਾਰ ਤੋਂ ਬਾਹਰ ਪਹੁੰਚੇ ਤੇ ਇੱਕ ਗਰੀਬੜਾ ਸਿੱਖ ਖੜਾ, ਜਿਹਦੇ ਤਨ ਤੇ ਕੱਪੜੇ ਨਹੀਂ ਸਨ। ਕਹਿਣ ਲੱਗਾ, ਮੈਂ ਗੁਰੂ ਕਲਗੀਧਰ ਮਹਾਰਾਜ ਨੂੰ ਮਿਲਣਾ ਹੈ। ਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਹੁਣ ਤੇ ਦੀਵਾਨ ਸਮਾਪਤ ਹੋ ਚੁੱਕੇ ਹਨ, ਦੱਸੋ ਕੀ ਸੇਵਾ ਹੈ। ਜੇ ਮੈਂ ਸੇਵਾ ਕਰਨ ਦੇ ਯੋਗ ਹੋਇਆ, ਸੇਵਾ ਕਰਾਂਗਾ। ਇਹ ਗਰੀਬ ਸਿੱਖ ਕਹਿਣ ਲੱਗਾ, ਸਰਦੀ ਦੇ ਦਿਨ ਹਨ, ਮੇਰੇ ਕੋਲ ਤਨ ਤੇ ਪਹਿਨਣ ਦੇ ਲਈ ਬਸਤਰ ਕੋਈ ਨਹੀਂ ਹਨ, ਔਰ ਮੈਂ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਬੇਨਤੀ ਕਰਨੀ ਹੈ, ਮੈਨੂੰ ਕੋਈ ਤਨ ਤੇ ਪਹਿਨਣ ਦੇ ਲਈ ਬਸਤਰ ਦਵੋ। ਜੇ ਤੁਸੀਂ ਬਸਤਰ ਦੇ ਸਕਦੇ ਹੋ ਫਿਰ ਤੁਸੀਂ ਦੇ ਦਵੋ। ਭਾਈ ਨੰਦ ਲਾਲ ਜੀ ਨੇ ਉਹੀ ਚੋਲਾ ਉਤਾਰਿਆ ਤੇ ਉਸ ਗਰੀਬ ਸਿੱਖ ਨੂੰ ਦੇ ਦਿੱਤਾ, ਜਿਹੜਾ ਚੋਲਾ ਅੱਜ ਸਤਿਗੁਰਾਂ ਨੇ ਭਾਈ ਨੰਦ ਲਾਲ ਨੂੰ ਬਖਸ਼ਿਆ ਸੀ। ਕੁਝ ਸਿੱਖਾਂ ਨੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਕੋਲ ਜ਼ਿਕਰ ਕਰ ਦਿੱਤਾ, ਮਹਾਰਾਜ ਨੰਦ ਲਾਲ ਨੇ ਤੇ ਹੁਣ ਤੁਹਾਡੀ ਬਰਾਬਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਆਪੋਂ ਦਾਤਾ ਬਣ ਕੇ ਬੈਠ ਗਿਆ, ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸੰਭਾਲਦਾ ਵੀ ਨਹੀਂ ਪਿਆ ਹੈ। ਤੁਸੀਂ ਚੋਲਾ ਦਿੱਤਾ ਸੀ ਤੇ ਨੰਦ ਲਾਲ ਨੇ ਅੱਗੇ ਉਹ ਚੋਲਾ ਕਿਸੇ ਹੋਰ ਨੂੰ ਦੇ ਦਿੱਤਾ ਹੈ। ਗੁਰੂ ਕਲਗੀਧਰ ਮਹਾਰਾਜ ਕਹਿਣ ਲੱਗੇ, ਹੁਣੇ ਨੰਦ ਲਾਲ ਨੂੰ ਸੱਦ ਕੇ ਪੁੱਛ ਲੈਂਦੇ ਹਾਂ, ਉਸ ਨੰਦ ਲਾਲ ਨੇ ਏਦਾਂ ਕਿਉਂ ਕੀਤਾ ਹੈ। ਭਾਈ ਨੰਦ ਲਾਲ ਨੂੰ ਸੱਦਿਆ ਗਿਆ। ਸਤਿਗੁਰੂ ਕਹਿਣ ਲੱਗੇ, ਨੰਦ ਲਾਲ ਜੀ ਸਿੱਖ ਆ ਸ਼ਿਕਾਇਤ ਕਰਦੇ ਪਏ ਹਨ ਕਿ ਨੰਦ ਲਾਲ ਹੁਣ ਆਪ ਦਾਤਾ ਬਣ ਕੇ ਬੈਠ ਗਿਆ ਹੈ, ਇਹ ਦਾਤ ਸੰਭਾਲਦਾ ਨਹੀਂ ਹੈ। ਭਾਈ ਨੰਦ ਲਾਲ ਪਹਿਲਾ ਬਚਨ ਕਰਦੇ ਕਹਿਣ ਲੱਗੇ, ਮਹਾਰਾਜ ਮੈਂ ਤੇ ਤੁਹਾਡੇ ਦਰ ਦੇ ਕੂਕਰਾਂ ਦਾ ਵੀ ਕੂਕਰ ਹਾਂ, ਇਸ ਨੰਦ ਲਾਲ ਦੀ ਕੋਈ ਪਾਇਆ ਨਹੀਂ ਹੈ। ਤੇ ਰਹੀ ਗੱਲ ਚੋਲੇ ਦੀ, ਸਤਿਗੁਰੂ ਜੀਓ ਨੰਦ ਲਾਲ ਵਿਚਕਾਰ ਕੁਝ ਨਹੀਂ ਹੈ। ਇੱਥੇ ਸਿੰਘਾਸਨਾਂ ਤੇ ਬੈਠ ਕੇ ਚੋਲੇ ਦੀ ਦਾਤ ਤੁਸੀਂ ਨੰਦ ਲਾਲ ਨੂੰ ਬਖਸ਼ੀ, ਬਾਹਰ ਸਿੱਖ ਦੇ ਰੂਪ ਦੇ ਵਿੱਚ ਤੁਸੀਂ ਚੋਲੇ ਦੀ ਮੰਗ ਕਰ ਲਈ, ਲੈਣ ਵਾਲੇ ਚੋਲਾ ਬਖਸ਼ਣ ਵਾਲੇ ਵੀ ਤੁਸੀਂ ਹੋ, ਚੋਲਾ ਮੰਗਣ ਵਾਲੇ ਵੀ ਤੁਸੀਂ ਹੋ, ਵਿੱਚ ਨੰਦ ਲਾਲ ਕੌਣ ਹੁੰਦਾ ਹੈ। ਬਿਰਤੀ ਵੇਖੋ, ਇਧਰ ਸਿੰਘਾਸਨਾਂ ਤੇ ਬੈਠੇ ਗੁਰੂ ਕਲਗੀਧਰ ਮਹਾਰਾਜ ਔਰ ਉਸੇ ਸਤਿਗੁਰੂ ਦੀ ਜੋਤ ਸਿੱਖ ਦੇ ਅੰਦਰ ਵੀ ਭਾਈ ਨੰਦ ਲਾਲ ਜੀ ਵੇਖਦੇ ਹਨ। ਇਸੇ ਕਰਕੇ ਭਾਈ ਨੰਦ ਲਾਲ ਜੀ ਕਹਿੰਦੇ, ਮੈਂ ਜਿਸ ਵੀ ਜਿਸਮ ਵੱਲ ਵੇਖਦਾ ਹਾਂ, ਮੈਨੂੰ ਹਰ ਜਿਸਮ ਚੋਂ ਗੁਰੂ ਗੋਬਿੰਦ ਸਿੰਘ ਦੀ ਰੂਹ ਦਿਖਾਈ ਦਿੰਦੀ ਹੈ। ਮੈਂ ਜਿਸ ਵੀ ਅੱਖ ਵੱਲ ਵੇਖਦਾ ਹਾਂ, ਮੈਨੂੰ ਹਰੇਕ ਅੱਖ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨੂਰ ਦਿਖਾਈ ਦਿੰਦਾ ਹੈ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਸਾਡੇ ਦੇਸ਼ ਦੇ ਅੰਦਰ ਵੈਰ ਵਿਰੋਧ ਈਰਖਾ ਦਵੈਸ਼ ਦੀ ਅੱਗ ਬਲਦੀ ਪਈ ਸੀ। ਸਤਿਗੁਰਾਂ ਨੇ ਜਿਹੜਾ ਸਿਧਾਂਤ ਦਿੱਤਾ ਕਿ ਅਵਲ ਅੱਲਾ ਨੂਰ ਉਪਾਇਆ,
कुदरत के सब बंदे एक नूर ते सब जग उपजिया कौन भले को मंदे। गुरसिखा ने अपने जीवन की कमाई करके फिर गुरबाणी दियां पंक्तियां दी व्याख्या की। मीर मन्नू सिख बीबियां नू बंदी बना के उन्हां दे कोलों सवा सवा मन दे पीसने पिसांदा है। सिख बीबियां दे सामने उन्हां दे छोटे छोटे मासूम बच्चियां नू आसमान वल सुटिया जांदा है ते हेठां नेजा जां वर्षा कर दिता जांदा है। हुण वेखो औलाद दा दर्द बड़ा भयानक है। आसमान ते बिजली चमकदी है ते मुर्गी अपने पर खिलार के अपने आंडियां ते अपने बच्चियां नू ढक लैंदी है। बांदरी दा बच्चा मर भी जावे वो ओनी देर तक अपने बच्चे नू अपने सीने तो दूर नहीं करदी है जिन्नी देर तक होर संतान ओनू प्राप्त ना हो जावे। मरे बच्चे नू भी सीने दे नाल लगा के रखदी है। जानवरां नू भी औलाद इन्नी प्यारी है। पर की जिगरा होवेगा उन्हां बीबियां दा जिन्हां दे सामने किसे दा 2 महीनियां दा बच्चा, किसे दा 6 महीनियां दा बच्चा, किसे दा साल सवा साल दा बच्चा ते जालम ओनू चुक के उपर नू सुटदे ने, हेठा तलवार कर देंदे हन, नेजा वर्षा कर देंदे हन, बच्चियां नू बरशियां च परोंदे हन ते फिर टुकड़े टुकड़े करके मावां दे गलां दे विच उन्हां दे बच्चियां दे हार पाए जांदे हन। उथे भी सिख बीबियां मुख चो बचन केड़े कहंदियां सन, मन्नू साडी दातरी असी मन्नू दे सोए, ज्यो ज्यो मन्नू वढदा असी दूण सवाए होए। ते जेड़ी अरदास ओ बीबियां करदियां सन, अरदास करनी सोदर दा पाठ करना उन्हां ने ते अरदास करदियां कदे ये नहीं कहना कि मालक जी मीर मन्नू साडे बच्चे मारदा पिया है, मीर मन्नू साडे ते कहर करदा पिया है, इहदा बुरा करो। बुरे नाल फिर नेकी करनी ए गुरु नानक जाने। उथे सिख बीबियां अरदास केड़ी करदियां हन कि दाता जी दिन आप जी दे भाणे च सुख दे नाल बतीत होया है, रैन आई है, मेर करना रैन भी सुख दे नाल बतीत होवे। सुख केड़ा है? दिने ते उन्हां दे बच्चियां नू नेजियां ते परोया गया है, पर क्योंकि वो उस शिखर ते पहुंचियां होइयां सन, जे सुख दे तां तुझे अराधी, दुख भी तुझे ध्याई, जे भुख दे तां इत ही राजा, दुख विच सुख मनाई। बचन कहने दाता दिन आप जी दे भाणे च बतीत होया, रहन आई है, मेर करना इसे तरह सुख दे नाल बतीत होवे। ते अंत दे विच लफज केड़े कहने, नानक नाम चढ़दी कला तेरे भाणे सरबत दा भला। ये सरबत दे भले दा जेड़ा एक विशा है गुरु नानक देव जी महाराज जी ने सानू बख्शिया है कि केवल अपनियां दा भला ही नहीं मंगना है, सारियां दा भला मंगना है, सारियां दा भला करन दे लई हमेशा यत्नशील रहना है। सतगुरु मेहर करन, गुरु साहब दे इन्हां सिद्धांतां नू आपां समझिए, केवल बाहरों बाहरों अरदास ही ना करिए, अंदर तो जतन करिए सरबत दे भले दा, और मन चो ईर्खा वैर विरोध दुश्मनी दी भावना नू मिटा के अंदर प्रेम भाव दी जेड़ी बिरती सतगुरां ने रखण दा हुक्म कीता है, वो प्रेम भाव दी बिरती हिरदे च बनाइए। साच कहूं सुन लेहो सबै, जिन प्रेम कियो तिन ही प्रभ पायो, ताइयों जीवन सफल हो सकता है। ये लोक सुखीए परलोक सुहेले, नानक हर प्रभ आपे मेले। इन्नियां बेनतियां प्रवान करनियां जी। विचारां करदियां होइयां बेअंत बेअंत भुलां गलतियां त्रुटियां ना चितारनियां। सत्कारयोग माता तिरथा जी चैरिटेबल ट्रस्ट वाले गुरु प्यारे पहुंच चुके हैं। आप जियां नू नाम सिमरन गुरबाणी कीर्तन दे नाल जोड़नगे। आप जी ने इसी तरह बड़ी एकाग्रता दे नाल गुरु दरबार दियां हाजरियां भरदियां सतगुरां दियां खुशियां लैणियां जी। भुलां चुकां दी खिमा करनी, फतेह दी सांझ पाओ। वाहिगुरु जी का खालसा, वाहिगुरु जी की फतेह।